कई दफ्तरां दे विच इस वेले मुख द्वारा उत्ते ला दिते गए आ नोटिस बोर्ड कि किसी नूं भी दफ्तर विच मोबाइल अंदर लैके आउण दी इजाजत नहीं हैगी, जां ये लिखता गया कि जो मोबाइल है स्विच ऑफ करके आओ। प्रकाश सिंह बादल होना ने कल एक कमेंट किया सीगा कि जिहड़ा भ्रष्टाचार नूं जड़ों खत्म करना औखा है उदों तक ਜਦੋਂ तक लोग ਜਿਹੜੇ ਆ ਆਪ ਜਿਹੜਾ ਆ ਭ੍ਰਿਸ਼ਟਾ ਰਹਿਤ ਨੇ। ਕਿ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਅਦਾਲਤ ਵਿੱਚ ਨਾ ਤਾਂ ਇਹ ਦੁਹਾਈ ਪਾਈ ਕਿ ਸਿਆਸੀ ਬਦਲਾਖੋਰੀ ਆ, ਨਾ ਇਹ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਫਸਾਇਆ ਜਾ ਰਿਹਾ, ਤੇ ਦੂਜੇ ਬੰਨੇ SIT ਜਿਹੜੀ ਆ ਉਹ ਵੀ ਚੁੱਪ ਰਹੀ। ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਦੀ ਅਰੈਸਟ ਹੋਣ ਤੋਂ ਪਹਿਲਾਂ ਜਦੋਂ ਕਾਂਗਰਸ ਤਿਆਰੀ ਕਰ ਰਹੀ ਸੀ ਤਾਂ ਬੜੇ ਤਰ੍ਹਾਂ ਦੇ ਦਮਜਗੇ ਮਾਰੇ ਸਨ ਕਿ ਪੂਰੇ ਪੰਜਾਬ 'ਚ ਮੋਰਚੇ ਲਾ ਦਾਂਗੇ, ਅਸੀਂ ਉਹ ਕਰ ਦਾਂਗੇ, ਉਹ ਆਹ ਕਰ ਦਾਂਗੇ। ਪਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਹਾਲੇ ਤੱਕ ਚੁੱਪ ਚੱਲਿਆ ਰਿਹਾ। ਕਿ ਭਗਵੰਤ ਮਾਨ ਹੋਣਾ ਕੋਲੋਂ ਇਹਦੇ ਬਾਰੇ ਨਹੀਂ ਪੁੱਛਿਆ ਗਿਆ। ਇਹ ਜਿਹੜੀ ਪੂਰੀ ਦੀ ਪੂਰੀ ਮਰਜ਼ੀ ਚੱਲੀ ਆ ਕੇਜਰੀਵਾਲ ਦੀ ਚੱਲੀ ਆ, ਪਰ ਲੋਕਾਂ ਦਾ ਨਜ਼ਰਾ ਜਿਹੜਾ ਆ ਉਹ ਆ ਕੇ ਗਿਰਦਾ ਆ ਭਗਵੰਤ ਮਾਨ ਤੇ। ਸੰਤਰੀ ਸਿੰਘ ਸੀਚੇਵਾਲ ਤੱਕ ਕੇਜਰੀਵਾਲ ਪਹੁੰਚ ਕਰਦੇ ਰਹੇ ਕਿ ਉਹ ਮੁੱਖ ਮੰਤਰੀ ਬਣ ਜਾਣ, ਤਾਂ ਉਹਨਾਂ ਦਾ ਵੀ ਹੱਕ ਬਣਦਾ ਸੀ ਕਿ ਰਾਜਸਭਾ ਚਲੇ ਜਾਂਦੇ। ਤੇ ਜਿਹੜੀ ਨਵੀਂ ਭਰਤੀ ਹੋਣੀ ਆ ਉਹਨੂੰ ਲੈ ਕੇ ਵੀ ਐਡਾ ਜਿਹੜਾ ਵਾਲ ਆਇਆ ਹੈਗਾ ਲੋਕਾਂ ਵਿੱਚ, ਉਹ ਵਿਚਾਰੇ ਕਿੱਥੇ ਜਾਣਗੇ? ਕੀ ਉਹਨਾਂ ਨੂੰ ਮੁੜ ਕੇ ਫਿਰ ਉਹੀ ਵਿੱਤੀ ਬੋਝ ਢੋਣਾ ਪਊਗਾ ਫੀਸਾਂ ਭਰਨ ਦਾ? ਦਸੰਬਰ 2059 ਦੀ ਇੱਕ ਹੈਗੀ ਆ ਗਾਈਡਲਾਈਨਸ, ਉਹਦੇ ਵਿੱਚ ਕਿਹਾ ਗਿਆ ਕਿ ਚੰਡੀਗੜ੍ਹ ਵਿੱਚ ਕਿਤੇ ਵੀ ਬੋਤੇ ਲੱਗ ਸਕਣਗੇ। ਆਮ ਆਦਮੀ ਪਾਰਟੀ ਦੀ ਜਿਹੜੀ ਦਹਿਸ਼ਤ ਹੈ ਇਸ ਵੇਲੇ ਕਿ ਭ੍ਰਿਸ਼ਟ ਨਹੀਂ ਬਖਸ਼ੇ ਜਾਣਗੇ, ਜਾਂ ਅਸੀਂ ਜਿਹੜੀ ਕਰਪਸ਼ਨ ਹੈ ਉਹ ਨਹੀਂ ਚੱਲਣ ਦੇਣੀ, ਜਾਂ ਅਸੀਂ ਰਿਸ਼ਵਤ ਮੁਕਤ ਜਿਹੜਾ ਪੰਜਾਬ ਹੈ ਕਰਨਾ, ਉਹਦਾ ਅਸਰ ਤਾਂ ਜਿਹੜਾ ਦਿਖਾਈ ਦੇਣ ਲੱਗ ਪਿਆ। ਦ ਖਾਲਸ ਟੀਵੀ ਪਰਿਵਾਰ ਨੂੰ ਦਿਲੋਂ ਮੋਹ ਕਰਨ ਵਾਲੇ ਦੋਸਤੋ, ਸਾਡੇ ਰੋਜ਼ਾਨਾ ਦੇ ਬਹੁਤ ਚਰਚਿਤ ਸ਼ੋਅ ਖਾਲਸ ਸਪੈਸ਼ਲ ਵਿੱਚ ਤੁਹਾਡਾ ਸਵਾਗਤ ਜੀ ਆਇਆਂ ਨੂੰ। ਹੋਸਟ ਕਮਲਜੀਤ ਸਿੰਘ ਬਣਵੈਦ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਤੋਂ ਨਵੀਂ ਕੁਰਸੀ ਤੇ ਬੈਠੇ ਆ, ਉਸ ਤੋਂ ਬਾਅਦ ਜਿੰਨੇ ਵੀ ਉਹਨਾਂ ਨੇ ਫੈਸਲੇ ਕੀਤੇ ਆ, ਚਾਹੇ ਢਿੱਡੋਂ ਉਹ ਲੋਕ ਪੱਖੀ ਫੈਸਲੇ ਕਰ ਰਹੇ ਹਨ, ਪਰ ਉਹਨਾਂ ਦਾ ਇੱਕ ਵੀ ਵੱਡਾ ਫੈਸਲਾ ਅਜਿਹਾ ਨਹੀਂ ਜਿਹਦਾ ਵਿਰੋਧ ਨਾ ਹੋਇਆ ਹੋਵੇ, ਜਾਂ ਜਿਹਨੂੰ ਲੈ ਕੇ ਲੋਕਾਂ ਨੇ ਸਵਾਲ ਨਾ ਖੜੇ ਕੀਤੇ ਹੋਣ। ਪੰਜਾਬ ਵਿਧਾਨ ਸਭਾ ਵਿੱਚ ਬੁੱਤ ਲਾਉਣ ਦਾ ਫੈਸਲਾ ਹੋਵੇ, ਜਾਂ ਨਵੀਂ ਭਰਤੀ ਕਰਨ ਦਾ ਫੈਸਲਾ, ਜਾਂ ਫਿਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ, ਹੋਰ ਤਾਂ ਹੋਰ ਉਹਨਾਂ ਵੱਲੋਂ ਜਾਰੀ ਕੀਤੀ ਜਿਹੜੀ ਐਂਟੀ ਕਰਪਸ਼ਨ ਹੈਲਪਲਾਈਨ ਆ ਉਹ ਵੀ ਵਿਵਾਦਾਂ ਵਿੱਚ ਕਰ ਗਈ। ਉਸ ਤੋਂ ਵੀ ਆਪਾਂ ਪਹਿਲਾਂ ਦੀ ਗੱਲ ਕਰ ਲਈਏ ਤਾਂ ਜਿਹੜੀ ਰਾਜ ਸਭਾ ਦੀਆਂ ਨੁਮਾਇੰਦਗੀਆਂ ਹੋਈਆਂ ਉਹਨਾਂ ਨੂੰ ਲੈ ਕੇ ਵੀ ਜਿਹੜੇ ਲੋਕਾਂ ਦਾ ਕਾਫੀ ਵਿਰੋਧ। ਯਾਰ ਵੱਡੀ ਗੱਲ ਇਹ ਕਿ ਚਾਹੇ ਨੁਮਾਇੰਦਗੀਆਂ ਦਾ ਕੰਮ ਖਤਮ ਹੋ ਗਿਆ, 31 ਮਾਰਚ ਨੂੰ ਚੋਣ ਹੋਣੀ ਆ, ਪਰ ਲੋਕ ਅਜੇ ਵੀ ਜਿਹੜੇ ਆ ਚਿੱਠੀ ਜਾ ਰਹੇ ਆ ਕਿ ਦਿੱਲੀ ਦੇ ਇਸ ਫੈਸਲੇ ਨਾਲ ਪੰਜਾਬ ਦੇ ਲੋਕ ਜਿਹੜੇ ਠੱਗੇ ਹੋਏ ਮਹਿਸੂਸ ਕਰਦੇ ਆ। ਆਪਾਂ ਜੇ ਗੱਲ ਕਰ ਲਈਏ ਭਗਵੰਤ ਸਿੰਘ ਮਾਨ ਉਹਨਾਂ ਨੇ ਜਿਹੜਾ ਪੰਜਾਬ ਵਿਧਾਨ ਸਭਾ ਵਿੱਚ ਚੱਕੇ ਫੈਸਲਾ ਲਿਆ ਸੀਗਾ ਕਿ ਉੱਥੇ ਸ਼ਹੀਦ ਆਜ਼ਮ ਭਗਤ ਸਿੰਘ, ਸੰਵਿਧਾਨ ਦੇ ਘਾੜੇ ਡਾਕਟਰ ਅੰਬੇਦਕਰ ਅਤੇ ਮਹਾਰਾਣਾ ਰਣਜੀਤ ਸਿੰਘ ਦਾ ਬੁੱਤ ਲਾਇਆ ਜਾਣਾ, ਉਹ ਫੈਸਲਾ ਜਿਹੜਾ ਆ ਹਾਲੇ ਐਲਾਨ ਹੀ ਹੋਇਆ, ਪਰ ਚਾਰੇ ਪਾਸੇ ਵਿਰੋਧ ਸ਼ੁਰੂ ਹੋ ਗਿਆ। ਵੈਸੇ ਜਿਹੜਾ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤਾਂ ਇਹ ਕਿ ਲੋਕ ਜਿਹੜੇ ਦੱਬਵੀਂ ਜ਼ਮਾਨ ਵਿਰੋਧ ਕਰਨ ਚਾਹੇ ਨਾ ਕਰਨ, ਪਰ ਜਿਹੜਾ ਸਾਡੇ ਨਿਯਮ ਨੇ, ਹਦਾਇਤਾਂ ਨੇ, ਚੰਡੀਗੜ੍ਹ ਪ੍ਰਸ਼ਾਸਨ ਦਾ ਜਿਹੜਾ ਕਾਨੂੰਨ ਕਾਇਦੇ ਆ ਉਹ ਵੀ ਇਜਾਜ਼ਤ ਨਹੀਂ ਦਿੰਦੇ। ਅਸੀਂ ਇੱਕ ਕੋਸ਼ਿਸ਼ ਕੀਤੀ ਆ ਕਿ ਕੁਝ ਇਹਦੇ ਬਾਰੇ ਆਪਾਂ ਲੈ ਕੇ ਆਈਏ ਸੱਚ ਸਾਹਮਣੇ, ਕਿਉਂਕਿ ਕਿਹਾ ਜਾਂਦਾ ਕਿ ਵਿਰਾਸਤੀ ਕੰਪਲੈਕਸ ਵਿੱਚ ਛੇੜਛਾੜ ਨਹੀਂ ਕੀਤੀ ਜਾ ਸਕਦੀ। ਸਾਡਾ ਜਿਹੜਾ ਅਧਿਐਨ ਹੈ ਉਹ ਤੋਂ ਗੱਲ ਸਾਹਮਣੇ ਆਈ ਆ ਕਿ ਫਰਾਂਸ ਦੇ ਆਰਕੀਟੈਕਟ ਲੀ ਕਰਬੂਜ਼ੀਅਰ ਜਿਨ੍ਹਾਂ ਨੇ ਚੰਡੀਗੜ੍ਹ ਬਣਾਇਆ ਸੀ, ਜਾਂ ਜਿਨ੍ਹਾਂ ਨੇ ਚੰਡੀਗੜ੍ਹ ਦੀ ਇਮਾਰਤਸਾਜ਼ੀ ਕੀਤੀ ਸੀ, ਉਹਨਾਂ ਦੀ ਜਿਹੜੀ 17 ਦਸੰਬਰ 2059 ਦੀ ਇੱਕ ਹੈਗੀ ਆ ਗਾਈਡਲਾਈਨਸ, ਉਹਦੇ ਵਿੱਚ ਕਿਹਾ ਗਿਆ ਕਿ ਚੰਡੀਗੜ੍ਹ ਵਿੱਚ ਕਿਤੇ ਵੀ ਬੁੱਤ ਨਹੀਂ ਲੱਗ ਸਕਣਗੇ। ਸੋ ਆਪਾਂ ਇਹਦੇ ਵਿੱਚ ਅੱਗੇ ਜਾ ਕੇ ਦੇਖ ਲਈਏ ਤਾਂ ਇਹ ਕਿ ਚੰਡੀਗੜ੍ਹ ਦਾ ਕੋਈ ਵੀ ਚੌਕ ਜਾਂ ਕੋਈ ਵੀ ਥਾਂ ਨਹੀਂ ਹੈਗੀ ਜਿੱਥੇ ਬੁੱਤ ਲੱਗੇ ਹੋਏ ਹੋਣ। ਇੱਕ ਗੱਲ ਤਾਂ ਇਹ। ਦੂਜੀ ਗੱਲ ਇਹ ਕਿ ਅਦਾਲਤ ਜਿਹੜਾ ਕੰਪਲੈਕਸ ਆ, ਵਿਰਾਸਤੀ ਕੰਪਲੈਕਸ ਆ, ਉਹ ਕੋਈ ਵੀ ਹੋਵੇ, ਵਿਧਾਨ ਸਭਾ ਵਿੱਚ ਜਾਂ ਕੋਈ ਹੋਰ ਹੋਵੇ, ਉੱਥੇ ਜਿਹੜੇ ਬੁੱਤ ਆ ਉਹ ਨਹੀਂ ਲੈ ਸਕਦੇ। ਸੋ ਚੰਡੀਗੜ੍ਹ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਨੂੰ ਬੁੱਤ ਲਾਉਣ ਲਈ ਪਰਮਿਸ਼ਨ ਲੈਣੀ ਪੈਣੀ ਆ, ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲੇ ਤਿਆਰੀ ਕਰ ਲਈ ਕਿ ਪਰਮਿਸ਼ਨ ਨਹੀਂ ਦੇਣੀ ਹੈਗੀ। ਵੈਸੇ ਪੰਜਾਬ ਸਰਕਾਰ ਨੇ ਹਾਲੇ ਜਿਹੜੀ ਲਿਖਤੀ ਪਰਮਿਸ਼ਨ ਦੀ ਆਗਿਆ ਨਹੀਂ ਮੰਗੀ, ਪਰ ਲੀ ਕਰਬੂਜ਼ੀਅਰ ਆਰਕੀਟੈਕਟ ਦੇ ਨਾਲ ਜਿਹੜੇ ਇੱਕ ਭਾਰਤੀ ਸੀਨੀਅਰ ਆਰਕੀਟੈਕਟ ਰਹੇ ਆ MD ਸ਼ਰਮਾ, ਉਹਨਾਂ ਨੇ ਵੀ ਇਹ ਕਹਿ ਦਿੱਤਾ ਕਿ ਲੀ ਕਰਬੂਜ਼ੀਅਰ ਦੀਆਂ ਹਦਾਇਤਾਂ ਮੁਤਾਬਕ ਅਜਿਹਾ ਹੋਣਾ ਸੰਭਵ ਨਹੀਂ।
देखो एक तो यह कि चंडीगढ़ प्रशासन परमिशन दिंदा कि नहीं दिंदा, पर ਜਿਹੜਾ ਹੁਣੇ ਇਹ ਗੱਲ ਚਰਚਾ ਸ਼ੁਰੂ ਹੋ ਗਈ ਕਿ ਵਿਰਾਸਤੀ ਕੰਪਲੈਕਸ ਨਾਲ ਛੇੜਛਾੜ ਨਹੀਂ ਕੀਤੀ ਸਕਦੀ ਜਾਂ ਉਹ 'ਚ ਬੁੱਤ ਨਹੀਂ ਦੇ ਸਕਦੇ, ਸੋ ਇਹਦੇ ਨਾਲ ਜਿਹੜਾ ਆ ਇੱਕ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਬਹਾਨਾ ਮਿਲ ਜਾਊ ਤੇ ਕੇਂਦਰ ਦੀ ਸਰਕਾਰ ਨੂੰ ਵੀ, ਕਿਉਂਕਿ ਕੇਂਦਰ ਸਰਕਾਰ ਤਾਂ ਇਹ ਕਦੇ ਵੀ ਨਹੀਂ ਚਾਹੇਗੀ ਕਿ ਪੰਜਾਬ ਸਰਕਾਰ ਉਹ ਕੰਮ ਕਰੇ ਜਿਹੜੇ ਲੋਕਾਂ ਦੇ ਦਿਲਾਂ ਦੇ ਨੇੜੇ ਹੋਣ ਜਾਂ ਜਿਨ੍ਹਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਵੈਸੇ ਭਗਵੰਤ ਮਾਨ ਹੋਰਾਂ ਨੂੰ ਵੀ ਮੈਨੂੰ ਇੰਝ ਲੱਗਦਾ ਕਿ ਫੈਸਲੇ ਲੈਣ ਤੋਂ ਪਹਿਲਾਂ ਜਿਹੜੀ ਕਾਨੂੰਨੀ ਰਾਏ ਆ ਸਲਾਹ ਆ ਉਹ ਲੈ ਲੈਣੀ ਚਾਹੀਦੀ ਆ, ਕਿਉਂਕਿ ਹੁਣ ਤੱਕ ਦੇ ਜਿਹੜੇ ਨੇ ਫੈਸਲੇ ਆ ਉਹ ਸਾਰੇ ਦੇ ਸਾਰੇ ਇੱਕ ਨਾ ਦੂਜੇ ਕਾਰਨ ਕਰਕੇ ਜਿਹੜੇ ਵਿਵਾਦਾਂ ਵਿੱਚ ਉਹ ਘਿਰਦੇ ਆ ਰਹੇ ਆ। ਪਰ ਆ ਜਿਹੜਾ ਇੱਕ ਹੋਰ ਫੈਸਲਾ ਜਿਹੜਾ ਇਹ ਹੈਗਾ ਪੰਜਾਬ ਵਿਧਾਨ ਸਭਾ ਵਾਲਾ, ਇਹਦੀ ਅਸੀਂ ਹੋਰ ਤਹਿ ਤਾਂ ਗਏ ਹਾਂ, ਉਹ ਆ ਕਿ ਯੂਨੈਸਕੋ ਵੀ ਵਿਰਾਸਤੀ ਜਿਹੜੀਆਂ ਇਮਾਰਤਾਂ ਆ ਉਹਨਾਂ ਵਿੱਚ ਬੁੱਤ ਲਾਉਣ ਜਾਂ ਉਹਨਾਂ ਨਾਲ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਹੈਗੀ। ਸੋ ਜੇ ਇਹ ਫੈਸਲਾ ਮੰਨ ਲਈਏ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਯੈਸ ਹੋ ਜਾਏ, ਭਾਰਤ ਸਰਕਾਰ ਵੀ ਇਸ ਦਾ ਵਿਰੋਧ ਨਾ ਕਰੇ, ਤਾਂ ਯੂਨੈਸਕੋ ਨੇ ਜਿਹੜਾ ਸਵਾਲ ਹੈ ਉਠਾ ਦੇਣਾ। ਸੋ ਮੈਨੂੰ ਇੰਝ ਲੱਗਦਾ ਕਿ ਭਗਵੰਤ ਮਾਨ ਨੂੰ ਭਵਿੱਖ ਵਿੱਚ ਅਜਿਹੇ ਫੈਸਲੇ ਲੈਣ ਤੋਂ ਪਹਿਲਾਂ ਜਿਹੜਾ ਪੂਰੀ ਘੋਖ ਪੜਤਾਲ ਕਰਨੀ ਚਾਹੀਦੀ ਹੈ, ਕਿਉਂਕਿ ਅਦਰਵਾਈਜ਼ ਜਿਹੜਾ ਸਾਰਾ ਕੁਝ ਹੈ ਇਹ ਹਾਸੋਹੀਣਾ ਬਣ ਕੇ ਰਹਿ ਜਾਊਗਾ। ਭਗਵੰਤ ਮਾਨ ਹੁਣੀ ਮੁੱਖ ਮੰਤਰੀ ਬਣਨ ਤੋਂ ਬਾਅਦ ਜਿਹੜੀ ਆਹ ਚੱਲੀ ਆ ਗੱਲ ਰਾਜ ਸਭਾ ਦੇ ਮੈਂਬਰਾਂ ਦੀ, ਚਾਹੇ ਸਭ ਚਿੱਟੇ ਦਿਨ ਦੀ ਜਿਹੜਾ ਸਾਫ਼ ਹੈ ਕਿ ਭਗਵੰਤ ਮਾਨ ਹੋਣਾ ਕੋਲੋਂ ਇਹਦੇ ਬਾਰੇ ਨਹੀਂ ਪੁੱਛਿਆ ਗਿਆ, ਇਹ ਜਿਹੜੀ ਪੂਰੀ ਦੀ ਪੂਰੀ ਮਰਜ਼ੀ ਚੱਲੀ ਆ ਕੇਜਰੀਵਾਲ ਦੀ ਚੱਲੀ ਆ, ਪਰ ਲੋਕਾਂ ਦਾ ਨਜ਼ਲਾ ਜਿਹੜਾ ਆ ਉਹ ਆ ਕੇ ਗਿਰਦਾ ਆ ਭਗਵੰਤ ਮਾਨ ਤੇ। ਚਾਹੇ ਆਪਾਂ ਇਹ ਕਹਿ ਲਈਏ ਕਿ ਲੋਕਾਂ ਦੀ ਅੰਦਰੋਂ ਅੰਦਰ ਹਮਦਰਦੀ ਵੀ ਹੋਵੇ ਕਿ ਭਗਵੰਤ ਮਾਨ ਦੀ ਚੱਲੀ ਨਹੀਂ, ਪਰ ਪੰਜਾਬੀ ਇਸ ਚੀਜ਼ ਦੇ ਬਾਵਜੂਦ ਵੀ ਇਹ ਜਿਹੜਾ ਆ ਐਕਸੈਪਟ ਕਰਨ ਨੂੰ ਤਿਆਰ ਨਹੀਂ ਕਿ ਪੰਜਾਬ ਦੀ ਨੁਮਾਇੰਦਗੀ ਜਿਹੜੀ ਉਹ ਬਾਹਰਲੇ ਹੱਥਾਂ ਦਿੱਤੀ ਜਾਵੇ। ਰਾਜ ਸਭਾ ਦੀਆਂ 5 ਸੀਟਾਂ ਲਈ ਜਿਹੜੇ ਉਮੀਦਵਾਰ ਮੈਦਾਨ 'ਚ ਉਤਾਰੇ ਗਏ ਆ ਉਹਨਾਂ ਵਿੱਚੋਂ 2-3 ਜਿਹੜੇ ਆ ਉਹ ਬਾਹਰਲੇ ਆ, ਜਦ ਕਿ ਲੋਕਾਂ ਦਾ ਇਹ ਕਹਿਣਾ ਕਿ ਜੇ ਭਗਵੰਤ ਸਿੰਘ ਮਾਨ ਹੁਣੀ ਸ਼ਹੀਦ ਭਗਤ ਸਿੰਘ ਦੇ ਇੰਨੇ ਹੀ ਫੈਨ ਆ ਤਾਂ ਉਹਨਾਂ ਦਾ ਜਿਹੜਾ ਭਾਣਜਾ ਆ ਉਹ ਬੜਾ ਇੱਕ ਸੁਲਝੀ ਹੋਈ ਸ਼ਖਸੀਅਤ ਆ, ਉਹ ਜਿਹੜੇ ਆ ਕਾਫੀ ਇੱਕ ਪ੍ਰੋਫੈਸਰ ਰਹੇ ਆ, ਕਾਫੀ ਮੰਨੀ ਪ੍ਰਮੰਨੀ ਹਸਤੀ ਆ, ਤਾਂ ਉਹਨਾਂ ਨੂੰ ਜਿਹੜੀ ਇਹ ਨੁਮਾਇੰਦਗੀ ਦੇ ਦੇਣੀ ਚਾਹੀਦੀ ਸੀ। ਤੇ ਇੱਕ ਜਿਹੜਾ ਵੈਸੇ ਚਰਚਾ ਰਹੀ ਆ ਕਿ ਸੰਤ ਬੀੜੀ ਸਿੰਘ ਸੀਚੇਵਾਲ ਤੱਕ ਕੇਜਰੀਵਾਲ ਪਹੁੰਚ ਕਰਦੇ ਰਹੇ ਕਿ ਉਹ ਮੁੱਖ ਮੰਤਰੀ ਬਣ ਜਾਣ, ਤਾਂ ਉਹਨਾਂ ਦਾ ਵੀ ਹੱਕ ਬਣਦਾ ਸੀ ਕਿ ਰਾਜ ਸਭਾ ਚਲੇ ਜਾਂਦੇ। ਸੁਰਜੀਤ ਪਾਤਰ ਹੁਣੀ ਪਦਮ ਸ਼੍ਰੀ ਨਾਲ ਅਵਾਰਡ ਨਾਲ ਸਨਮਾਨੇ ਗਏ, ਚਾਹੇ ਉਹਨਾਂ ਨੇ ਕਿਸਾਨ ਅੰਦੋਲਨ ਕਰਕੇ ਵਾਪਸ ਕਰਤਾ ਸੀਗਾ, ਹੱਕ ਉਹਨਾਂ ਦਾ ਵੀ ਬਣਦਾ ਸੀਗਾ। ਸੋ ਪੰਜਾਬ ਵਿੱਚ ਬੁੱਧੀਜੀਵੀਆਂ ਦੀ, ਲੇਖਕਾਂ ਦੀ, ਪੱਤਰਕਾਰਾਂ ਦੀ ਜਾਂ ਉਹ ਸ਼ਖਸੀਅਤਾਂ ਜਿਹੜੀਆਂ ਪੰਜਾਬ ਨਾਲ ਵਾਬਸਤਾ ਰੱਖਦੀਆਂ ਉਹਨਾਂ ਦੀ ਘਾਟ ਨਹੀਂ ਹੈਗੀ। ਸੋ ਜਿਹੜਾ ਕੁਦਰਤੀ ਆ ਇਹ ਜਿਹੜਾ ਵਿਵਾਦ ਛਿੜਨਾ ਹੀ ਸੀਗਾ। ਫਿਰ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨੇ ਆ ਉਹਨਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਅੜਚਣਾਂ ਆ ਉਹ ਆ ਸਕਦੀਆਂ। ਇਹ ਜਿਹੜੇ ਮੁਲਾਜ਼ਮ ਆ ਦੱਬੀ ਜਮਾਨੇ ਉਹ ਵੀ ਜਿਹੜਾ ਇਹਦਾ ਵਿਰੋਧ ਕਰਨ ਲੱਗ ਪਏ, ਤੇ ਜਿਹੜੀ ਨਵੀਂ ਭਰਤੀ ਹੋਣੀ ਆ ਉਹਨੂੰ ਲੈ ਕੇ ਵੀ ਐਡਾ ਜਿਹੜਾ ਉਬਾਲ ਆਇਆ ਹੋਇਆ ਲੋਕਾਂ ਵਿੱਚ ਕਿ ਜਿਨ੍ਹਾਂ ਨੇ ਪਹਿਲਾਂ ਫੀਸਾਂ ਭਰੀਆਂ ਸੀਗੀਆਂ ਕਰੋੜਾਂ ਵਿੱਚ, ਜਾਂ ਜਿਹੜੇ ਫਿਜ਼ੀਕਲ ਟੈਸਟ ਪਾਸ ਕਰ ਚੁੱਕੇ ਆ, ਲਿਖਤੀ ਟੈਸਟ ਕਰ ਚੁੱਕੇ ਆ, ਉਹ ਵਿਚਾਰੇ ਕਿੱਥੇ ਜਾਣਗੇ? ਕੀ ਉਹਨਾਂ ਨੂੰ ਮੁੜ ਕੇ ਫਿਰ ਉਹੀ ਵਿੱਤੀ ਬੋਝ ਢੋਣਾ ਪਊਗਾ ਫੀਸਾਂ ਭਰਨ ਦਾ, ਜਾਂ ਮੁੜ ਕੇ ਫਿਰ ਉਹੀ ਜਿਹੜੀ ਕੋਚਿੰਗ ਆ ਉਹ ਲੈਣੀ ਪਊਗੀ? ਸੋ ਇਹ ਜਿਹੜੀ ਗੱਲ ਆ ਇਹ ਮੁੱਖ ਮੰਤਰੀ ਨੂੰ ਵੀ ਸਮਝਣਾ ਚਾਹੀਦਾ ਕਿ ਜਦੋਂ ਭਰਤੀ ਹੁੰਦੀ ਆ ਉਹਦੇ ਵਿੱਚ ਜਿਹੜਾ ਕੰਪੀਟੀਸ਼ਨ ਹੁੰਦਾ ਆ, ਚਾਹੇ ਲਿਖਤੀ ਪ੍ਰੀਖਿਆ ਦਾ ਹੋਵੇ ਚਾਹੇ ਫਿਜ਼ੀਕਲ ਦਾ ਹੋਵੇ, ਉਹਦੇ ਲਈ ਲੋਕਾਂ ਨੂੰ ਜਿਹੜੀ ਆ ਕੋਚਿੰਗ ਲੈਣੀ ਪੈਂਦੀ ਆ। ਸੋ ਜਿਹੜੀ ਪੁਲਿਸ ਦੀ ਭਰਤੀ ਆ ਤੇ ਜੋ 10,000 ਮੁਲਾਜ਼ਮ ਭਰਤੀ ਕਰਨੇ ਆ, ਇਹ ਭਰਤੀ ਤਾਂ ਜਿਹੜੀ ਪਹਿਲਾਂ ਕਾਂਗਰਸ ਸਰਕਾਰ ਨੇ ਭਰਤੀ ਕਰਨੀ ਸੀ ਉਹ ਕਾਫੀ ਨੇੜੇ ਪਹੁੰਚੀ ਹੋਈ ਆ। ਪਰ ਇਹਦੇ ਨਾਲ ਇੱਕ ਸਮਝ ਰਲਦੀ ਮਿਲਦੀ ਆਪਾਂ ਜਿਹੜੀ ਵਿੱਚ ਵਿਚਾਲੇ ਗੱਲ ਕਰ ਲਈਏ ਇਹ ਕਿ ਖਬਰ ਇਹ ਮਿਲੀ ਆ ਕਿ ਹਾਈ ਕੋਰਟ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ 18,000 ਪੁਲਿਸ ਮੁਲਾਜ਼ਮ ਜਿਨ੍ਹਾਂ ਨੂੰ ਨਿਯਮ ਤੋੜ ਕੇ ਪ੍ਰਮੋਟ ਕੀਤਾ ਗਿਆ ਸੀਗਾ ਉਹਨਾਂ ਦੀ ਜਿਹੜੀ ਆ ਮੁੜ ਸਮੀਖਿਆ ਕੀਤੀ ਜਾਵੇ। ਸੋ ਇਹ ਜਿਹੜੇ 10 ਪਿਛਲੇ ਸਾਲਾਂ ਵਿੱਚ ਕੋਈ 18,000 ਦੇ ਕਰੀਬ ਭਰਤੀ ਹੋਈ ਸੀ, ਪ੍ਰਮੋਸ਼ਨ ਦਿੱਤੀਆਂ ਗਈਆਂ ਸੀਆਂ। ਵੈਸੇ ਜਿਹੜੇ ਕਾਨੂੰਨ ਆ ਇਹ ਕਹਿੰਦੇ ਆ ਕਿ DGP ਨੂੰ ਹੱਕ ਹੁੰਦਾ ਕਿ ਜੇ ਕਿਸੇ ਦੀ ਕੋਈ ਵਿਲੱਖਣ ਪ੍ਰਾਪਤੀ ਆ, ਕੋਈ ਅਚੀਵਮੈਂਟ ਆ, ਤਾਂ ਉਸ ਪੁਲਿਸ ਮੁਲਾਜ਼ਮ ਨੂੰ, ਜੋ ਪੁਲਿਸ ਅਫਸਰ ਨੂੰ DGP ਜਿਹੜਾ ਆ ਉਹ ਪ੍ਰਮੋਸ਼ਨ ਦੇ ਸਕਦਾ। ਸੋ ਇਹ ਜਿਹੜੀਆਂ ਸਾਰੀਆਂ ਪ੍ਰਮੋਸ਼ਨਾਂ ਹੋਈਆਂ ਸੀਗੀਆਂ ਉਹ ਇਸੇ ਖਾਤੇ ਵਿੱਚ ਹੋਈਆਂ ਸੀਗੀਆਂ। ਅਤੇ ਮੈਨੂੰ ਇੰਝ ਲੱਗਦਾ ਕਿ ਪੰਜਾਬ ਸਰਕਾਰ ਦੀ ਜਿਹੜੀ ਇਨਕੁਆਇਰੀ ਆ ਉਹ ਕੁਦਰਤੀ ਪੰਜਾਬ ਸਰਕਾਰ ਦਾ ਕੋਈ ਉੱਚ ਅਧਿਕਾਰੀ ਕਰੂਗਾ ਅਤੇ ਉੱਚ ਅਧਿਕਾਰੀ ਜਿਹੜਾ ਆ ਉਹ ਪੁਲਿਸ ਵਾਲਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰੂਗਾ। ਸੋ ਜਿਹੜੀ ਇੱਕ ਆਪਾਂ ਹੁਣ ਗੱਲ ਕਰ ਲਈਏ ਮੁਲਾਜ਼ਮਾਂ ਦੀ ਭਰਤੀ 'ਚ ਸਾਰਿਆਂ ਤੋਂ ਬਾਅਦ ਮੁੱਦਿਆਂ ਤੋਂ ਬਾਅਦ ਉਹ ਆਉਂਦੀ ਹੈ ਜਿਹੜੀ ਇੱਕ ਐਂਟੀ ਕਰਪਸ਼ਨ ਹੈਲਪਲਾਈਨ ਜਾਰੀ ਕੀਤੀ ਗਈ ਆ। ਵੈਸੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਕੱਲ੍ਹ ਇੱਕ ਕਮੈਂਟ ਕੀਤਾ ਸੀਗਾ ਇੱਥੇ ਆਪਣਾ ਕਿ ਜਿਹੜਾ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨਾ ਔਖਾ ਆ ਉਦੋਂ ਤੱਕ ਜਦੋਂ ਤੱਕ ਲੋਕ ਜਿਹੜੇ ਆ ਆਪ ਜਿਹੜਾ ਆ ਭ੍ਰਿਸ਼ਟਾ ਰਹਿਤ ਨਹੀਂ, ਭ੍ਰਿਸ਼ਟਾ ਮੁਕਤ ਨਹੀਂ ਹੋ ਜਾਂਦੇ। ਵੈਸੇ ਇਹੋ ਜਿਹੀਆਂ ਜਿਹੜੀਆਂ ਹੈਲਪਲਾਈਨਾਂ ਆ ਉਹ ਹਰਿਆਣਾ ਵੀ ਚੱਲ ਰਹੀਆਂ, ਚੰਡੀਗੜ੍ਹ ਵੀ ਚੱਲ ਰਹੀਆਂ, ਪਰ ਆਪਾਂ ਜਿਹੜੀ ਇੱਥੇ ਗੱਲ ਕਰਾਂਗੇ ਇਹ
ਕਿ ਜਿਹੜੀ ਹੈਲਪਲਾਈਨ ਜਾਰੀ ਕੀਤੀ ਗਈ ਆ ਇਹਦੇ ਬਾਰੇ ਕਈ ਤਰ੍ਹਾਂ ਦੀਆਂ ਰਾਵਾਂ ਆ ਰਹੀਆਂ ਕਿ ਜਿਹੜੇ ਲੋਕ ਆ ਉਹ ਸੁਚੇਤ ਹੋ ਜਾਣਗੇ, ਅਫਸਰ ਜਿਹੜੇ ਆ ਉਹ ਕਿਉਂ ਫੜਨਗੇ ਜਾਂ ਰਿਕਾਰਡਿੰਗ ਨੇੜੇ ਕਿਉਂ ਦੇਣਗੇ। ਪਰ ਇਸ ਤੋਂ ਵੀ ਅੱਗੇ ਗੱਲ ਪਤਾ ਇਹ ਲੱਗੀ ਆ ਕਿ ਕਈ ਦਫ਼ਤਰਾਂ ਦੇ ਵਿੱਚ ਇਸ ਵੇਲੇ ਮੁੱਖ ਦੁਆਰਾ ਉੱਤੇ ਲਾ ਦਿੱਤੇ ਗਏ ਆ ਨੋਟਿਸ ਬੋਰਡ ਕਿ ਕਿਸੇ ਨੂੰ ਵੀ ਦਫ਼ਤਰ ਵਿੱਚ ਮੋਬਾਈਲ ਅੰਦਰ ਲੈ ਕੇ ਆਉਣ ਦੀ ਇਜਾਜ਼ਤ ਨਹੀਂ ਹੈਗੀ, ਜਾਂ ਇਹ ਲਿਖਤਾ ਗਿਆ ਕਿ ਜਿਹੜੇ ਮੋਬਾਈਲ ਆ ਉਹ ਸਵਿਚ ਆਫ ਕਰਕੇ ਆਓ। ਵੈਸੇ ਅਜਿਹੇ ਜਿਹੜੇ ਬੋਰਡ ਆ ਇਹ ਪਹਿਲਾਂ ਵੀ ਲੱਗੇ ਰਹੇ ਆ, ਪਰ ਹੁਣ ਜਿਹੜਾ ਭਗਵੰਤ ਮਾਨ ਹੋਣਾ ਵੱਲੋਂ ਇੱਕ ਇਹ ਕੀਤਾ ਗਿਆ ਐਂਟੀ ਕਰਪਸ਼ਨ ਜਿਹੜਾ ਹੈਲਪਲਾਈਨ ਜਾਰੀ ਕੀਤੀ ਗਈ ਆ, ਉਸ ਤੋਂ ਬਾਅਦ ਅਜਿਹੇ ਬੋਰਡਸ ਜਿਹੜੇ ਨੋਟਿਸ ਬੋਰਡ ਆ ਲੋਕਾਂ ਦੀਆਂ ਨਜ਼ਰਾਂ 'ਚ ਵਧੇਰੇ ਰੜਕਣ ਲੱਗੇ ਆ। ਕਿਉਂਕਿ ਜੇ ਕੋਈ ਜਿਹੜਾ ਕੰਮ ਕਰਾਉਣ ਵਾਲਾ ਬੰਦਾ ਆ ਉਹਨੂੰ ਅੰਦਰ ਜਿਹੜਾ ਮੋਬਾਈਲ ਲਿਜਾਣ ਦੀ ਲੋੜ ਨਹੀਂ ਹੈਗੀ ਜਾਂ ਸਵਿਚ ਆਫ ਕਰਨਾ ਪਊਗਾ, ਤਾਂ ਫਿਰ ਭਗਵੰਤ ਮਾਨ ਹੋਣਾ ਦਾ ਉਹ ਜਿਹੜਾ ਬਿਆਨ ਆ ਜਾਂ ਹੈਲਪਲਾਈਨ ਨੰਬਰ ਕਿੱਥੇ ਰਹਿ ਜਾਂਦੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਸਾਨੂੰ ਤੁਸੀਂ ਵੀਡੀਓ ਜਿਹੜੀ ਬਣਾ ਕੇ ਭੇਜੋ ਜਾਂ ਜਿਹੜੀ ਆਵਾਜ਼ ਰਿਕਾਰਡ ਕਰਕੇ ਭੇਜੋ। ਸੋ ਵੈਸੇ ਤਾਂ ਕਿਹਾ ਜਾਂਦਾ ਕਿ ਜਿਹੜੇ ਪੰਜਾਬੀ ਆ, ਭਾਰਤੀ ਆ, ਇਹਨਾਂ ਕੋਲੇ ਹਰ ਸਮੱਸਿਆ ਦਾ ਜਿਹੜਾ ਹੱਲ ਹੁੰਦਾ, ਹਰ ਜਿਹੜੀ ਪਾਬੰਦੀ ਆ ਉਹਦੀ ਜਿਹੜੀ ਖੋਲ੍ਹਣ ਦੀ ਚਾਬੀ ਹੁੰਦੀ ਆ। ਸੋ ਇਹ ਜਿਹੜਾ ਇੱਕ ਨਵਾਂ ਵਰਤਾਰਾ ਸ਼ੁਰੂ ਹੋ ਗਿਆ, ਇਹ ਵੀ ਭਗਵੰਤ ਮਾਨ ਲਈ ਇੱਕ ਚੈਲੰਜ ਆ। ਤੇ ਨਾਲ ਆਪਾਂ ਇਹ ਵੀ ਕਹਿ ਲਈਏ ਕਿ ਕੱਲ ਜਦੋਂ ਇਹ ਹੈਲਪਲਾਈਨ ਜਾਰੀ ਕੀਤੀ ਗਈ ਆ, ਉਸ ਤੋਂ ਬਾਅਦ ਜਿਹੜੇ ਗੁਰਦਾਸਪੁਰ ਦੇ ਡੀਸੀ ਆ, ਡਿਪਟੀ ਕਮਿਸ਼ਨਰ ਆ, ਉਹਨਾਂ ਨੇ ਇੱਕ ਨੋਟਿਸ ਜਾਰੀ ਕਰਤਾ ਸੀਗਾ ਕਿ ਜਿਹੜੀਆਂ ਰਜਿਸਟਰੀਆਂ ਉਹਨਾਂ ਦੀ ਜਾਣਕਾਰੀ ਦਿੱਤੀ ਜਾਵੇ। ਜਿਹੜਾ ਇੱਕ ਨੋਡਲ ਅਫਸਰ ਕਰ ਦਿੱਤਾ ਜਾਰੀ ਕਿ CCTV ਕੈਮਰੇ ਲਾ ਦਿੱਤੇ, ਸਾਰਾ ਕੁਝ ਜਿਹੜਾ ਆ ਇਹ ਨਵਾਂ ਕਰਤਾ। ਪਰ ਜਿਹੜੀ ਮਾਲ ਅਫਸਰ ਐਸੋਸੀਏਸ਼ਨ ਆ ਉਹਨਾਂ ਨੇ ਕੱਲ ਉਹਦਾ ਵਿਰੋਧ ਸ਼ੁਰੂ ਕਰਤਾ। ਇਹਨਾਂ ਦਾ ਕਹਿਣਾ ਸੀਗਾ ਕਿ ਕੀ ਡਿਪਟੀ ਕਮਿਸ਼ਨਰ ਅਨੁਸਾਰ ਸਭ ਤੋਂ ਵੱਧ ਭ੍ਰਿਸ਼ਟ ਜਿਹੜੇ ਆ ਉਹ ਮਾਲ ਅਫਸਰ ਹੀ ਆ। ਵੈਸੇ ਕੱਲ ਆਪਾਂ ਇੱਕ ਚਰਚਾ ਵੀ ਕੀਤੀ ਸੀ ਕਿ ਜਿਹੜੀ ਇੱਕ ਰਿਪੋਰਟ ਸਾਹਮਣੇ ਆਈ ਆ ਉਹ ਤੋਂ ਇਹ ਪਤਾ ਲੱਗਾ ਸੀਗਾ ਕਿ ਸਭ ਤੋਂ ਭ੍ਰਿਸ਼ਟ ਜਿਹੜੇ ਆ ਪੁਲਿਸ ਮੁਲਾਜ਼ਮ ਜਾਂ ਮਾਲ ਅਫਸਰ ਹੀ ਆ। ਪਰ ਬਾਵਜੂਦ ਇਹਦੇ ਜਿਹੜੀ ਐਸੋਸੀਏਸ਼ਨ ਆ ਉਹਦੇ ਦਬਾਅ ਅੱਗੇ ਡਿਪਟੀ ਕਮਿਸ਼ਨਰ ਨੂੰ ਝੁਕਣਾ ਪਿਆ ਤੇ ਉਹਨੇ ਜਿਹੜੇ ਹੁਕਮ ਆ ਉਹ ਵਾਪਸ ਲੈ ਲਏ। ਉਂਝ ਇੱਕ ਗੱਲ ਮੰਨਣੀ ਪਊਗੀ ਕਿ ਜਿਹੜਾ ਭਗਵੰਤ ਮਾਨ ਹੋਣਾ ਦਾ ਇਹ ਜਾਂ ਆਮ ਆਦਮੀ ਪਾਰਟੀ ਦੀ ਜਿਹੜੀ ਦਹਿਸ਼ਤ ਹੈ ਇਸ ਵੇਲੇ ਕਿ ਭ੍ਰਿਸ਼ਟ ਨਹੀਂ ਬਖਸ਼ੇ ਜਾਣਗੇ, ਜਾਂ ਅਸੀਂ ਜਿਹੜੀ ਕਰਪਸ਼ਨ ਆ ਉਹ ਨਹੀਂ ਚੱਲਣ ਦੇਣੀ, ਜਾਂ ਅਸੀਂ ਰਿਸ਼ਵਤ ਮੁਕਤ ਜਿਹੜਾ ਪੰਜਾਬ ਆ ਕਰਨਾ, ਉਹਦਾ ਅਸਰ ਤਾਂ ਜਿਹੜਾ ਦਿਖਾਈ ਦੇਣ ਲੱਗ ਪਿਆ। ਪਰ ਇਹ ਕਹਿੰਦਾ ਕਿ ਇਹ ਭਗਵੰਤ ਮਾਨ ਹੋਣੀ ਜਿੰਨਾ ਕੁ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ, ਲੰਬੇ ਸਮੇਂ ਲਈ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਸਕਦੇ ਆ, ਸਮੱਸਿਆ ਨੂੰ ਲੈ ਸਕਦੇ ਆ, ਜਾਂ ਲੋਕ ਕਿੰਨਾ ਕੁ ਸਹਿਯੋਗ ਕਰਦੇ ਆ, ਜਾਂ ਆਪਾਂ ਜਿਵੇਂ ਕਹਿ ਲਈਏ ਕਿ ਮਾਲ ਅਫਸਰ ਐਸੋਸੀਏਸ਼ਨ ਨੇ ਇਹਦਾ ਵਿਰੋਧ ਕਰਤਾ, ਜਾਂ ਉਹ ਅਫਸਰ ਜਿਹੜੇ ਜਿਨ੍ਹਾਂ ਦੇ ਸਿਰ ਤੇ ਕਰਪਸ਼ਨ ਰੋਕੀ ਜਾਣੀ ਆ ਕੀ ਉਹ ਢਿੱਡੋਂ ਸੱਚਮੁੱਚ ਜਿਹੜਾ ਇਹਦੇ ਨਾਲ ਸਹਿਮਤ ਵੀ ਆ, ਜਾਂ ਆਪਾਂ ਇਹ ਕਹਿ ਲਈਏ ਕਿ ਕੀ ਵਿਜੀਲੈਂਸ ਵਿਭਾਗ ਜਿਨ੍ਹਾਂ ਨੂੰ ਇਹ ਡਿਊਟੀ ਦਿੱਤੀ ਜਾਣੀ ਆ ਜਾਂ ਡਿਊਟੀ ਦੇ ਦਿੱਤੀ ਗਈ ਆ, ਕੀ ਉਹਨਾਂ ਦਾ ਜਿਹੜਾ ਬੋਨ ਮੈਰੋ ਟ੍ਰਾਂਸਫਰ ਕਰਤਾ ਗਿਆ, ਭਾਵ ਉਹਨਾਂ ਦਾ ਖੂਨ ਜਿਹੜਾ ਆ ਉਹ ਬਦਲਤਾ ਗਿਆ ਕਿ ਉਹ ਰਿਸ਼ਵਤ ਨਹੀਂ ਚਾਹਣਗੇ। ਕਿਉਂਕਿ ਆਪਾਂ ਜੇ ਸੱਚ ਕਹਿ ਲਈਏ ਤਾਂ ਪਿਛਲੇ ਦਿਨਾਂ ਦੌਰਾਨ ਬੜੀਆਂ ਸਾਰੀਆਂ ਘਟਨਾਵਾਂ ਜਾਂ ਜਿਹੜਾ ਸਾਰੇ ਸਾਹਮਣੇ ਆਉਂਦਾ ਰਿਹਾ ਕਿ ਜਿਹੜੀ CBI ਆ ਉਹ ਵੀ ਜਿਹੜੀ ਆ ਮੁੱਲ ਲੈ ਲੈਂਦੀ ਜਾ ਰਹੀ ਆ, ਜਾਂ ਆਪਾਂ ਜਿਹੜੀਆਂ IB ਆ ਉਹਨਾਂ ਉੱਤੇ ਵੀ ਦੋਸ਼ ਲੱਗਦੇ ਜਾਂਦੇ ਰਹੇ ਆ। ਪਰ ਆਪਾਂ ਇਹ ਤੋਂ ਅੱਗੇ ਵੀ ਕਰ ਲਈਏ ਕਿ ਜਿਹੜੇ IB ਦੇ ਅਧਿਕਾਰੀ ਆ ਉਹ ਵੀ ਕਿਹੜਾ ਆ ਦੁੱਧ ਉੱਤੇ ਰਹੇ ਆ, ਉਹਨਾਂ ਉੱਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਆ ਉਹ ਲੱਗਦੇ ਰਹੇ ਆ। ਸੋ ਜਿਹੜੇ ਸਾਰੇ ਦੇ ਸਾਰੇ ਫੈਸਲੇ ਆ ਆਪਾਂ ਇਹ ਬਿਲਕੁਲ ਕਹਾਂਗੇ ਕਿ ਇਹ ਸਵਾਗਤਯੋਗ ਆ, ਲੋਕ ਸ਼ਲਾਘਾ ਕਰ ਰਹੇ ਆ। ਪਰ ਮੈਨੂੰ ਇੰਝ ਲੱਗਦਾ ਕਿ ਇਹ ਜਿਹੜੇ ਸਰਕਾਰ ਦੇ ਕੱਚ ਘਰੜੇ ਫੈਸਲੇ ਆ ਉਹ ਇੱਕ ਤਾਂ ਇਹ ਆ ਕਿ ਭਗਵੰਤ ਮਾਨ ਹੁਣੀ ਕਿਸੇ ਕਾਹਲ 'ਚ ਲੱਗਦੇ ਆ ਕਿ ਜਿੰਨੇ ਐਲਾਨ ਕੀਤੇ ਗਏ ਸੀਗੇ ਉਹ ਸਾਰੇ ਜਿਹੜੇ ਆ ਤੁਰੰਤ ਲਾਗੂ ਕਰਤੇ ਜਾਣ। ਪਰ ਮੈਨੂੰ ਇੰਝ ਲੱਗਦਾ ਕਿ ਜਿਹੜਾ ਅਜੇ ਇੱਕ ਹਫ਼ਤਾ ਹੋਇਆ, ਹਫ਼ਤੇ ਤਾਂ ਉਹਨਾਂ ਨੂੰ ਜਾਂ ਮਹੀਨਾ ਜਿਹੜਾ ਆ ਉਹਨਾਂ ਨੂੰ ਕੰਮਕਾਜ ਸਮਝਣ ਲੱਗ ਜਾਣਾ ਚਾਹੀਦਾ ਸੀਗਾ। ਵੈਸੇ ਜਿਹੜੇ ਸੁਚੇਤ ਲੋਕ ਆ, ਸਮਝਦਾਰ ਲੋਕ ਆ, ਉਹ ਤਾਂ ਇਹ ਵੀ ਕਹਿੰਦੇ ਆ ਕਿ ਆਲੋਚਨਾ ਕਰਨ ਵਾਲਿਆਂ ਨੂੰ ਵੀ ਅਜੇ ਸਾਲ 6 ਮਹੀਨੇ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਦੇਖਣੀ ਚਾਹੀਦੀ ਆ। ਮੈਨੂੰ ਇੰਝ ਲੱਗਦਾ ਕਿ ਭਗਵੰਤ ਮਾਨ ਹੁਣੀ ਸੱਚਮੁੱਚ ਹੀ ਢਿੱਡੋਂ ਲੋਕ ਪੱਖੀ ਫੈਸਲੇ ਲੈਣਾ ਚਾਹੁੰਦੇ ਆ, ਪਰ ਜੇ ਉਹ ਕਾਹਲ ਨਾ ਕਰਨ ਜਾਂ ਜੇ ਉਹ ਫੈਸਲੇ ਲਾਗੂ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਜਿਹੜਾ ਉਹਨਾਂ ਦੀ ਪੜਤਾਲ ਕਰ ਲਿਆ ਕਰਨ ਤਾਂ ਸ਼ਾਇਦ ਉਹਨਾਂ ਦਾ ਜਿਹੜਾ ਰੈਪੂਟੇਸ਼ਨ ਆ ਉਹ ਹੋਰ ਵਧੀਆ ਹੋ ਸਕਦਾ। ਜਾਂ ਇਹ ਕਿ ਜਿਹੜੇ ਫੈਸਲੇ ਲਏ ਜਾ ਰਹੇ ਆ ਉਹਨਾਂ ਨੂੰ NBN ਲਾਗੂ ਕਰਨ ਵਿੱਚ ਦਿੱਕਤ ਨਾ ਆਵੇ, ਜਾਂ ਬਾਅਦ ਵਿੱਚ ਜਿਹੜੇ ਫੈਸਲੇ ਆ ਉਹਨਾਂ ਵਿੱਚ ਤਰਮੀਮ ਕਰਨ ਦੀ ਨੌਬਤ ਨਾ ਆਵੇ। ਸੋ ਅਜਿਹਾ ਜਿਹੜਾ ਆ ਉਹ ਜ਼ਰੂਰ ਕਰ ਲੈਣਾ ਚਾਹੀਦਾ। ਇੱਕ ਗੱਲ ਜਿਹੜੀ ਇਹਦੇ ਨਾਲ ਜੁੜੀ ਹੋਈ ਉਹ ਹੋ ਰਿਹਾ ਉਹ ਇਹ ਕਿ ਭਗਵੰਤ ਮਾਨ ਉਹਨਾਂ ਨੇ ਮਜੀਠੀਆ ਕੇਸ ਵਿੱਚ, ਬਿਕਰਮ ਸਿੰਘ ਮਜੀਠੀਆ ਦੇ ਕੇਸ ਵਿੱਚ ਜਿਹੜਾ ਉਹਨਾਂ ਦੇ ਨਸ਼ਾ ਤਸਕਰੀ ਕੇਸ ਆ ਉਹਦੇ ਵਿੱਚ ਨਵੀਂ SIT ਦਾ ਗਠਨ ਕੀਤਾ। ਵੈਸੇ SIT ਗਠਨ ਦਾ 3-4 ਦਿਨ ਪਹਿਲਾਂ ਐਲਾਨ ਕਰਤਾ ਗਿਆ ਸੀਗਾ। ਨਵੀਂ SIT ਨੇ ਕੰਮ ਕਰਨਾ ਸ਼ੁਰੂ ਕਰਤਾ ਤੇ ਉਸ ਵੇਲੇ ਇਹ ਵੀ ਗੱਲ ਚੱਲੀ ਸੀਗੀ ਕਿ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਜਿਹੜੀਆਂ ਆ ਉਹ ਵੱਧ ਸਕਦੀਆਂ। ਵੈਸੇ ਜਦੋਂ ਬਿਕਰਮ ਸਿੰਘ ਮਜੀਠੀਆ ਨੂੰ 2 ਦਿਨ ਪਹਿਲਾਂ ਅਦਾਲਤ 'ਚ ਪੇਸ਼ ਕੀਤਾ ਗਿਆ ਸੀਗਾ ਤਦ ਵੀ ਜਿਹੜਾ ਨਵੀਂ SIT ਦਾ ਰੂਪ ਜਿਹੜਾ ਆ ਤੇ ਜਿਹੜਾ ਬਚਾਅ ਪੱਖ ਦਾ ਵਕੀਲ ਆ ਉਹਨਾਂ ਦੇਖਣ ਨੂੰ ਮਿਲ ਗਿਆ ਸੀਗਾ। ਇਹ ਪਹਿਲੀ ਵਾਰ ਸੀਗਾ
ਕਿ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਅਦਾਲਤ ਵਿੱਚ ਨਾ ਤਾਂ ਇਹ ਦੁਹਾਈ ਪਾਈ ਕਿ ਸਿਆਸੀ ਬਦਲਾਖੋਰੀ ਆ, ਨਾ ਇਹ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਫਸਾਇਆ ਜਾ ਰਿਹਾ, ਤੇ ਦੂਜੇ ਬੰਨੇ SIT ਜਿਹੜੀ ਆ ਉਹ ਵੀ ਚੁੱਪ ਰਹੀ। ਤੇ ਉਹਨਾਂ ਨੇ ਜਿਹੜਾ ਸਿਰਫ ਇੱਕ ਸਰਕਾਰ ਦੇ ਇਸ਼ਾਰੇ ਤੇ ਇੱਕ ਜਿਹੜਾ ਕਹਿ ਲਈਏ ਆਪਾਂ ਅਰਮਾਨ ਵਿੱਚ ਹੀ ਵਾਧਾ ਕੀਤਾ। ਪਰ ਸਾਡੇ ਜਿਹੜੇ ਸੂਤਰ ਆ ਉਹ ਕੁਝ ਹੋਰ ਗੱਲਾਂ ਕਹਿ ਰਹੇ ਆ। ਇੱਕ ਤਾਂ ਇਹ ਕਿ ਨਵੀਂ SIT ਅਗਲੇ ਦਿਨ ਹੀ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਰਿਮਾਂਡ ਆ ਉਹ ਮੰਗ ਸਕਦੀ ਆ, ਭਾਵ ਪੁਲਿਸ ਵਿੱਚ ਹਿਰਾਸਤ ਵਿੱਚ ਲੈ ਕੇ ਉਹਨੂੰ ਪੁੱਛਗਿੱਛ ਕਰਨ ਦੀ ਅਦਾਲਤ ਕੋਲੇ ਮੰਗ ਕਰ ਸਕਦੀ ਆ। ਮੈਂ ਇੱਥੇ ਇੱਕ ਗੱਲ ਇਹ ਸਪਸ਼ਟ ਕਰਦਾ ਕਿ ਬਿਕਰਮ ਸਿੰਘ ਮਜੀਠੀਆ ਜਦੋਂ ਹੁਣ ਜੇਲ੍ਹ ਦੀ ਹਵਾ ਖਾ ਰਹੇ ਆ ਤਦ SIT ਕੋਲੇ ਇਹ ਹਮੇਸ਼ਾ ਹੀ ਇੱਕ ਅਧਿਕਾਰ ਹੁੰਦਾ ਜਾਂ ਸਹੂਲਤ ਹੁੰਦੀ ਆ ਕਿ ਉਹ ਅਦਾਲਤ ਵਿੱਚ ਅਰਜੀ ਦੇ ਕੇ ਇਹ ਕਹਿ ਸਕਦੇ ਆ ਕਿ ਸਾਡੇ ਕੋਲੇ ਕੁਝ ਨਵੇਂ ਤੱਥ ਸਾਹਮਣੇ ਆਏ ਆ, ਇਹਦੇ ਆਧਾਰ ਤੇ ਜਿਹੜੀ ਪੁੱਛਗਿੱਛ ਕਰਨੀ ਆ ਉਹ ਜ਼ਰੂਰੀ ਆ। ਭਗਵੰਤ ਸਿੰਘ ਮਾਨ ਹੁਣੀ ਮੈਨੂੰ ਇੰਝ ਲੱਗਦਾ ਕਿ ਚਾਹੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਕੋਈ ਵੀ ਕੌੜੀ ਸ਼ਬਦਾਵਲੀ ਨਹੀਂ ਵਰਤ ਰਹੇ ਜਾਂ ਜਿਹੜਾ ਕੋਈ ਅਜਿਹਾ ਬਿਆਨ ਨਹੀਂ ਦਾਗ ਰਹੇ ਜਿਵੇਂ ਪਹਿਲਾਂ ਨਵਜੋਤ ਸਿੰਘ ਸਿੱਧੂ ਦਾਗਦੇ ਰਹੇ ਆ, ਪਰ ਮੈਨੂੰ ਜੋ ਸਾਨੂੰ ਮਹਿਸੂਸ ਹੁੰਦਾ ਇਹ ਕਿ ਉਹ ਕਿਤੋਂ ਨਾ ਕਿਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਜਿਹੜਾ ਉਹ ਮਨ ਬਣਾ ਚੁੱਕੇ ਆ। ਮੈਨੂੰ ਇਹ ਵੀ ਸਾਨੂੰ ਮਹਿਸੂਸ ਹੁੰਦਾ ਕਿ ਜੇ ਨਸ਼ਾ ਤਸਕਰੀ ਜਾਂ ਰੇਤ ਮਾਫੀ ਨੱਥ ਪਾਉਣੀ ਆ ਤਾਂ ਇੱਕ ਮਿਸਾਲੀ ਸਜ਼ਾ ਆ ਜਿਹੜੀ ਉਹ ਦੇਣੀ ਪਊਗੀ। ਭਗਵੰਤ ਸਿੰਘ ਮਾਨ ਉਹਨਾਂ ਦਾ ਜਿਹੜਾ ਨਵੀਂ SIT ਦਾ ਗਠਨ ਆ ਇਹ ਇਸੇ ਵੱਲ ਜਿਹੜਾ ਆ ਉਹ ਸੰਕੇਤ ਕਰਦਾ। ਤੇ ਸਾਡੇ ਮੈਂ ਕਿਹਾ ਕਿ ਸੂਤਰ ਇਹ ਕਹਿ ਰਹੇ ਆ ਕਿ ਨਵੀਂ SIT ਜਿਹੜੀ ਆ ਉਹ ਹੋਰ ਘੋਖ ਪੜਤਾਲ ਕਰਕੇ ਅਗਲੇ ਦਿਨ ਹੀ ਅਦਾਲਤ ਵਿੱਚ ਇੱਕ ਅਰਜੀ ਦੇਵੇਗੀ ਜਿਹਦੇ ਆਧਾਰ ਤੇ ਉਹ ਜਿਹੜਾ ਪੁਲਿਸ ਰਿਮਾਂਡ ਆ ਉਹਦੀ ਮੰਗ ਕਰੇਗੀ। ਵੈਸੇ ਜਿਹੜਾ ਬਿਕਰਮ ਸਿੰਘ ਮਜੀਠੀਆ ਆ ਉਹਨਾਂ ਦੀ ਜਿਹੜੀ ਹਿਰਾਸਤ ਨਿਆਇਕ ਹਿਰਾਸਤ ਜਿਹੜੀ ਆ ਉਹ ਵਧਾਈ ਗਈ ਆ 5 ਅਪ੍ਰੈਲ ਤੱਕ। ਪਰ ਸਾਡੇ ਕੋਲੇ ਇਹ ਤੋਂ ਇੱਕ ਅੱਗੇ ਹੋਰ ਜਾਣਕਾਰੀ ਆ, ਉਹ ਇਹ ਜਿਹੜੀ ਜੁੜੀ ਹੋਈ ਆ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗੁਰਨੀਬ ਕੌਰ ਨਾਲ। ਗੁਰਨੀਬ ਕੌਰ ਜਿਹੜਾ ਵਿਧਾਨ ਸਭਾ ਹਲਕਾ ਮਜੀਠੀਆ ਤੋਂ ਬਣੇ ਆ। ਵੈਸੇ ਓਪਰੀ ਨਜ਼ਰ ਆਪਾਂ ਦੇਖੀਏ ਤਾਂ ਜਦੋਂ ਵਿਧਾਨ ਸਭਾ 'ਚ MLA ਜਿਹਨੂੰ ਸਹੁੰ ਚੁਕਾਈ ਗਈ ਸੀਗੀ ਤਦ 5 MLA ਜਿਹੜੇ ਆ ਉਹਨਾਂ ਨੇ ਸਹੁੰ ਨਹੀਂ ਸੀ ਚੁੱਕੀ, ਜਿਹਦੇ ਵਿੱਚ 2 MLA ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਦੇ ਸੀਗੇ, 2 MLA ਜਿਹੜੇ ਆ ਇੱਕ ਕਾਂਗਰਸ ਦਾ, ਇੱਕ ਆਜ਼ਾਦ, ਤੇ 5ਵੀਂ ਵਿਧਾਇਕ ਜਿਹੜੀ ਸੀਗੀ ਉਹ ਸੀ ਗੁਰਨੀਬ ਕੌਰ ਸ਼੍ਰੋਮਣੀ ਅਕਾਲੀ ਦਲ ਵੱਲੋਂ। ਬਾਅਦ ਵਿੱਚ 2 ਜਿਹੜੇ ਭਾਜਪਾ ਦੇ ਵਿਧਾਇਕ ਆ ਉਹਨੇ ਸਹੁੰ ਚੁੱਕ ਲਈ ਸੀਗੀ। ਦੱਸਿਆ ਜਾਂਦਾ ਕਿ ਰਾਣਾ ਗੁਰਜੀਤ ਸਿੰਘ ਸੋਢੀ ਜਿਨ੍ਹਾਂ ਦੇ ਘਰ ਕੋਈ ਪਿਛਲੇ ਦਿਨੀ ਅਫਸੋਸਨਾਕ ਖਬਰ ਵਰਤ ਗਈ ਸੀ ਉਹ ਇਸ ਕਰਕੇ ਸਹੁੰ ਚੱਕਣ ਨਹੀਂ ਆਏ। ਉਹ ਤੋਂ ਅੱਗੇ ਜਿਹੜੇ ਉਹਨਾਂ ਦੇ ਫਰਜ਼ੰਦ ਨੇ ਉਹਨਾਂ ਨੇ ਵੀ ਸਹੁੰ ਨਹੀਂ ਚੱਕੀ ਕਿਉਂਕਿ ਪਰਿਵਾਰ ਵਿੱਚ ਜਿਹੜੀ ਇੱਕ ਟ੍ਰੈਜਡੀ ਹੋ ਗਈ ਸੀ। ਪਰ ਗੁਰਨੀਬ ਕੌਰ ਬਾਰੇ ਜਿਹੜੀ ਆ ਇੱਕ ਨਵੀਂ ਤਰ੍ਹਾਂ ਦੀ ਖਬਰ ਮਿਲਣ ਲੱਗੀ ਆ ਕਿ ਉਹ ਵਿਧਾਨ ਸਭਾ ਤੋਂ ਅਸਤੀਫਾ ਦੇ ਸਕਦੇ ਆ। ਵੈਸੇ ਜਿਹੜੀਆਂ 2-3 ਸਟ੍ਰੈਟਜੀ ਤਿਆਰ ਕੀਤੀਆਂ ਜਾ ਰਹੀਆਂ ਬਿਕਰਮ ਸਿੰਘ ਮਜੀਠੀਆ ਨੂੰ ਬਾਹਰ ਲਿਆਉਣ ਲਈ। ਇੱਕ ਤਾਂ ਇਹ ਆ ਕਿ ਕਿਉਂਕਿ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ ਉਹਨਾਂ ਦੀ ਸਹਿਜਕ ਤੇ ਜ਼ਮਾਨਤ ਨਹੀਂ ਹੁੰਦੀ, ਤੇ ਦੂਜੀ ਗੱਲ ਇਹ ਇੱਕ ਵਕੀਲਾਂ ਦੀ ਪਾਲਿਸੀ ਹੁੰਦੀ ਆ ਕਿ ਛੇਤੀ ਜ਼ਮਾਨਤ ਲਾ ਦਿਓ ਤਾਂ ਨਾ ਹੋ ਜਾਂਦੀ ਆ। ਤੇ ਜੇ ਤੁਸੀਂ ਇੱਕ ਜਿਹੜਾ ਨਿਰਧਾਰਤ ਪੀਰੀਅਡ ਖਤਮ ਹੋਣ ਤੋਂ ਬਾਅਦ ਜਦੋਂ ਤੁਸੀਂ ਜਿਹੜਾ ਆ ਉਹ ਲਾਉਂਗੇ ਬੇਲ ਤਾਂ ਉਹ ਤੁਹਾਡੇ ਕੋਲੇ ਜਿਹੜਾ ਰਾਹ ਆ ਉਹ ਸੁਖਾਲਾ ਹੋ ਜਾਂਦਾ। ਪਰ ਇੱਕ ਜਿਹੜਾ ਹੋਰ ਜਿਹੜੀ ਰਣਨੀਤੀ ਤਿਆਰ ਕੀਤੀ ਜਾ ਰਹੀ ਆ ਉਹ ਇਹ ਕਿ ਗੁਰਨੀਬ ਕੌਰ ਜੇ ਵਿਧਾਇਕ ਦੇ ਤੌਰ ਤੇ MLA ਦੇ ਤੌਰ ਤੇ ਸਹੁੰ ਚੁੱਕਣ ਤੋਂ ਪਹਿਲਾਂ ਅਸਤੀਫਾ ਦੇ ਦਿੰਦੇ ਆ, ਵਿਧਾਨ ਸਭਾ ਹਲਕਾ ਜਿਹੜਾ ਮਜੀਠੀਆ ਉਹ ਮੁੜ ਚੋਣ ਲਈ ਖਾਲੀ ਹੋ ਜਾਂਦਾ, ਤਦ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਜ਼ਮਾਨਤ ਲਈ ਰਾਹ ਆ ਉਹ ਹੋਰ ਸੌਖਾ ਹੋ ਜਾਊਗਾ। ਤੇ ਦੂਜੀ ਗੱਲ ਇਹ ਕਿ ਉਹਨਾਂ ਨੂੰ ਇੰਝ ਲੱਗਦਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਹੀ ਨਾਂ ਨੂੰ ਵੋਟਾਂ ਪਈਆਂ, ਤੇ ਜੇ ਬਿਕਰਮ ਸਿੰਘ ਮਜੀਠੀਆ ਬਾਹਰ ਆ ਕੇ ਇਲੈਕਸ਼ਨ ਲੜ ਲੈਂਦੇ ਆ ਤਦ ਜਿਹੜਾ ਆ ਇਹ ਸੀਟ ਉਹਨਾਂ ਲਈ ਹੋਰ ਪੱਕੀ ਹੋ ਜਾਂਦੀ, ਤੇ ਬਿਕਰਮ ਸਿੰਘ ਮਜੀਠੀਆ ਜਿਹੜੇ ਆ ਉਹ ਵਿਧਾਨ ਸਭਾ ਵਿੱਚ ਗਰਜ ਸਕਦੇ ਆ ਕਿਉਂਕਿ ਵਿਧਾਨ ਸਭਾ ਵਿੱਚ ਉਹਨਾਂ ਦੀ ਪਤਨੀ ਜਿਹੜੀ ਆ ਉਹ ਗਰਜ ਨਹੀਂ ਰਹੀ। ਸੋ ਇਹ ਜਿਹੜਾ ਕੁੱਲ ਰਲਾ ਬਣਾ ਕੇ ਇਹ ਕਿ ਬਿਕਰਮ ਸਿੰਘ ਮਜੀਠੀਆ ਜਿਹੜੇ ਆ ਉਹ ਇਸ ਵੇਲੇ ਜੇਲ੍ਹ 'ਚ ਆ, ਪਰ ਦੋਨੇ ਧਿਰਾਂ ਆਪੋ ਆਪਣੀ ਜਿਹੜੀ ਆ ਥਾਂ ਤੇ ਉਹ ਲਾਲਟ ਆ, ਇੱਕ ਦੂਜੇ ਨੂੰ ਠਿੱਬੀ ਲਾਉਣ ਨੂੰ ਫਿਰਦੀਆਂ। ਬਚਾਅ ਪੱਖ ਕਈ ਤਰ੍ਹਾਂ ਦੇ ਦਾਅ ਤੇ ਆ ਕਿ ਜ਼ਮਾਨਤ ਕਦੋਂ ਮਿਲਣੀ ਆ, SIT ਜਿਹੜੀ ਆ ਆਪਣੀ ਖੇਡ 'ਚ ਆ ਕਿ ਜਿਹੜੀ ਆ ਉਹਨਾਂ ਦਾ ਰਿਮਾਂਡ ਲੈ ਲਿਆ ਜਾਵੇ। ਪਰ ਇੱਥੇ ਜਿਹੜੀ ਇੱਕ ਗੱਲ ਹੋਰ ਕਰਨੀ ਬਣਦੀ ਆ ਉਹ ਇਹ ਵੀ ਆ ਜੁੜੀ ਹੋਈ ਕਿ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਦੀ ਅਰੈਸਟ ਹੋਣ ਤੋਂ ਪਹਿਲਾਂ ਜਦੋਂ ਕਾਂਗਰਸ ਤਿਆਰੀ ਕਰ ਰਹੀ ਸੀ ਤਾਂ ਬੜੇ ਤਰ੍ਹਾਂ ਦੇ ਦਮਜਗੇ ਮਾਰੇ ਸਨ ਕਿ ਪੂਰੇ ਪੰਜਾਬ 'ਚ ਮੋਰਚੇ ਲਾ ਦਾਂਗੇ, ਅਸੀਂ ਉਹ ਕਰ ਦਾਂਗੇ, ਉਹ ਆਹ ਕਰ ਦਾਂਗੇ। ਪਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਹਾਲੇ ਤੱਕ ਚੁੱਪ ਚੱਲਿਆ ਰਿਹਾ, ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਆ ਮਜੀਠੀਆ ਸਾਹਿਬ ਦੇ ਉਹ ਵੀ ਜਿਹੜੇ ਚੁੱਪ ਬੱਟੀ ਬੈਠੇ ਆ। ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਦਾ ਬਿਆਨ ਦੇ ਕੇ ਵੀ ਜਿਹੜੀ ਆ ਮੌਨ ਧਾਰ ਲਿਆ, ਤੇ ਜਿਹੜੇ ਪਰਮਬੰਸ ਸਿੰਘ ਰਮਾਣਾ ਯੂਥ ਅਕਾਲੀ ਦਲ ਦੀ ਅਗਵਾਈ ਕਰ ਰਹੇ ਆ ਉਹਨਾਂ ਨੇ ਪਹਿਲਾਂ ਪ੍ਰੈਸ ਕਾਨਫਰੰਸ ਕੀਤੀਆਂ, ਹੁਣ ਉਹ ਵੀ ਦਰਵੱਟੀ ਬੈਠੇ ਆ। ਤੇ ਸਾਡੇ ਨੂੰ ਪਤਾ ਹੀ ਲੱਗਾ ਕਿ ਪਟਿਆਲਾ ਜੇਲ੍ਹ ਦੇ ਬਾਹਰ ਇੱਕ ਟੈਂਟ ਜ਼ਰੂਰ ਲੱਗਾ ਹੋਇਆ
ਕਹਿੰਦੇ ਸੀ ਜਿਵੇਂ ਕਿ ਮੋਰਚੇ ਦਾ ਇੱਕ ਹਿੱਸਾ ਆ, ਪਰ ਉਸ ਟੈਂਟ ਤੇ ਜਿਹੜੀ ਆ ਉਹ ਵੀ ਗਹਿਮਾ ਗਹਿਮੀ ਨਹੀਂ ਹੈਗੀ। ਸੋ ਅਗਲੇ ਦਿਨੀ ਕੀ ਹੁੰਦਾ, ਇਹ ਸਭ ਲਈ ਦਿਲਚਸਪੀ ਦਾ ਇੱਕ ਵਿਸ਼ਾ ਬਣਿਆ ਹੋਇਆ। ਜਿਹੜੀ ਨਵੀਂ ਸੈੱਟ ਆ ਉਹ ਰਮਾਨ ਮੰਗਦੀ ਆ, ਉਹਨਾਂ ਦੀ ਪਤਨੀ ਜਿਹੜੀ ਆ ਉਹ ਰਿਜ਼ਾਈਨ ਕਰਨ ਦੀ ਆ, ਜਾਂ ਇਹਦੇ ਵਿੱਚ ਵਿਚਾਲੇ ਜਿਹੜਾ ਆ ਬਚਾਅ ਪੱਖ ਆ ਉਹ ਜ਼ਮਾਨਤ ਦੀ ਅਰਜ਼ੀ ਲਾ ਦਿੰਦਾ। ਇਹ ਸਾਰਾ ਕੁਝ ਤੁਹਾਡੇ ਸਾਡੇ ਸਾਰਿਆਂ ਲਈ ਇੱਕ ਦਿਲਚਸਪੀ ਦਾ ਵਿਸ਼ਾ ਆ, ਤੇ ਸਾਰੇ ਜਿਹੜੇ ਆ ਇਹਨੂੰ ਲੈ ਕੇ ਉਤਸੁਕ ਵੀ ਆ, ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਸੱਚ ਕਹਿ ਦਈਏ ਤਾਂ ਹੱਥ ਪਾਉਣਾ ਸੌਖਾ ਨਹੀਂ ਸੀਗਾ, ਕਿਉਂਕਿ ਵੋਟਾਂ ਤੋਂ ਪਹਿਲਾਂ ਉਹਨੂੰ ਫੜਿਆ ਗਿਆ ਸੀਗਾ। ਤੇ ਵੱਡੀ ਸਾਰੀ ਜਿਹੜੀ ਪੁਲਿਸ ਅਫਸਰ ਜਾਂ ਜਿਹੜੇ IAS ਲੌਬੀ ਆ ਉਹ ਇਹ ਮੰਨ ਵੀ ਬਣਾਈ ਬੈਠੀ ਸੀ ਕਿ ਸ਼ਾਇਦ ਜੇ ਸਰਕਾਰ ਅਕਾਲੀਆਂ ਦੀ ਆ ਗਈ ਤਾਂ ਬਿਕਰਮ ਸਿੰਘ ਮਜੀਠੀਆ ਕੋਲੋਂ ਜਿਹੜਾ ਆ ਬਚਾਅ ਰੱਖਣਾ ਉਹ ਜ਼ਰੂਰੀ ਆ। ਪਰ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਆ ਗਈ ਤੇ 5 ਸਾਲਾਂ ਲਈ ਜਿਹੜਾ ਅਕਾਲੀਆਂ ਦਾ ਜਾਂ ਕਾਂਗਰਸ ਦਾ ਭੈ ਆ ਉਹ ਨਹੀਂ ਰਿਹਾ, ਤਦ ਜਿਹੜੇ ਅਫਸਰ ਪੁਲਿਸ ਅਫਸਰ ਹੋਣ ਜਾਂ ਸਿਵਲ ਅਧਿਕਾਰੀ ਹੋਣ ਉਹਨਾਂ ਦੇ ਜਿਹੜੇ ਤੇਵਰ ਆ ਉਹ ਬਦਲ ਜਾਂਦੇ ਆ। ਸੋ ਅੱਜ ਦੀ ਜਿਹੜੀ ਖਾਲਿਸ਼ ਸਪੈਸ਼ਲ ਆ ਇਹਦੇ ਵਿੱਚ ਇੰਨਾ ਹੀ ਕਾਫੀ। ਕੱਲ੍ਹ ਨੂੰ ਮਿਲਾਂਗੇ ਮੁੜ ਨਵੀਆਂ ਖਬਰਾਂ ਨਾਲ, ਨਵੀਆਂ ਵਿਸ਼ਿਆਂ ਤੇ ਚਰਚਾ ਕਰਾਂਗੇ। ਤਦ ਤੱਕ ਤੁਸੀਂ ਮੈਨੂੰ ਕਮਲਜੀਤ ਸਿੰਘ ਬਨੋਏ ਤੋਂ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ।